ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਦਇਆ ਸਿੰਘ ਲੈਕਚਰਰ ਇਨ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਇਹ ਵੀਡੀਓ ਦੇ ਵਿੱਚ ਬਾਈਪਾਸ ਫੈਕਟਰ ਦੇ ਬਾਰੇ ਇਨਫੋਰਮੇਸ਼ਨ। ਸੋ ਜਦੋਂ ਅਸੀਂ 에ਅਰ ਕੰਡੀਸ਼ਨਿੰਗ ਦੀ ਸਟੱਡੀ ਕਰਦੇ ਹਾਂ ਤਾਂ ਇਸ ਦੌਰਾਨ ਜਦੋਂ ਅਸੀਂ ਸਾਈਕੋਮੈਟਰੀ ਦੇ ਬਾਰੇ ਪੜ੍ਹਦੇ ਹਾਂ ਤਾਂ ਉਸ ਵਿੱਚ ਇੱਕ ਟਰਮ ਆਉਂਦੀ ਹੈ ਛੋਟੀ ਜਿਹੀ ਬਾਈਪਾਸ ਫੈਕਟਰ। ਇਹ ਬਾਈਪਾਸ ਫੈਕਟਰ ਕੀ ਹੈ, ਆਓ ਅੱਜ ਇਹਦੇ ਬਾਰੇ ਡਿਸਕਸ ਕਰੀਏ। ਏਅਰ ਕੰਡੀਸ਼ਨਿੰਗ ਦੇ ਪ੍ਰੋਸੈਸ ਦੇ ਦੌਰਾਨ ਜਦੋਂ ਹਵਾ ਨੂੰ ਏਅਰ ਕੰਡੀਸ਼ਨ ਕਰਨ ਦੇ ਲਈ ਕੂਲਿੰਗ ਜਾਂ ਹੀਟਿੰਗ ਕੋਇਲ ਦੇ ਉੱਤੋਂ ਦੀ ਮੂਵ ਕਰਵਾਇਆ ਜਾਂਦਾ, ਪਾਸ ਕਰਵਾਇਆ ਜਾਂਦਾ, ਤਾਂ ਉਸ ਦੌਰਾਨ ਸਾਡੇ ਕੋਲ ਕੁਝ ਹਵਾ ਜਿਹੜੀ ਹੈ ਉਹ ਡਾਇਰੈਕਟਲੀ ਸਿੱਧੀ ਹੀ ਬਾਈਪਾਸ ਕਰ ਜਾਂਦੀ ਹੈ ਅਤੇ ਕੁਝ ਜਿਹੜੀ ਹਵਾ ਹੈ ਉਹ ਕੋਇਲਸ ਦੇ ਕੰਟੈਕਟ ਦੇ ਵਿੱਚ ਹੋ ਕੇ ਫਿਰ ਅੱਗੇ ਜਾਂਦੀ ਹੈ। ਸੋ ਉਸ ਦੌਰਾਨ ਜਿਹੜਾ ਸਾਡੇ ਕੋਲ ਇੱਕ ਪ੍ਰੋਸੈਸ ਮਿਲਦਾ ਹੈ ਬਾਈਪਾਸ ਦਾ, ਉਸ ਨੂੰ ਅਸੀਂ ਡਿਨੋਟ ਕਰਦੇ ਹਾਂ ਇਨ ਟਰਮਸ ਆਫ ਬਾਈਪਾਸ ਫੈਕਟਰ ਦੇ ਵਿੱਚ। ਸੋ ਉਸ ਨੂੰ ਅਸੀਂ ਬਾਈਪਾਸ ਫੈਕਟਰ ਕਹਿੰਦੇ ਹਾਂ। ਆਓ ਦੇਖਦੇ ਹਾਂ ਜੀ ਕੀ ਕਹਿੰਦਾ। ਵੈਨ ਅ ਸਟ੍ਰੀਮ ਆਫ ਏਅਰ ਪਾਸਿਸ ਓਵਰ ਦ ਕੋਇਲ a part of it comes in direct contact with the coil surface while the remaining just bypass unaffected। ਤਾਂ ਉਹੀ ਚੀਜ਼ ਗੱਲ ਕਹਿ ਰਹੇ ਆ ਕਿ ਜਦੋਂ ਅਸੀਂ ਇੱਕ ਸਟ੍ਰੀਮ ਆਫ ਏਅਰ ਨੂੰ ਪਾਸ ਕਰਵਾਉਂਦੇ ਹਾਂ ਕਿਸੇ ਕੋਇਲ ਦੇ ਉੱਤੋਂ ਦੀ, ਗਰਮ ਜਾਂ ਠੰਡੀ ਕੋਇਲ ਦੇ ਉੱਤੋਂ ਦੀ, ਤਾਂ ਉਹਦਾ ਕੁਝ ਹਿੱਸਾ ਜਿਹੜਾ ਹੈ ਉਹ ਡਾਇਰੈਕਟ ਕੰਟੈਕਟ ਦੇ ਵਿੱਚ ਆਉਂਦਾ ਹੈ ਕੋਇਲ ਦੇ ਸਰਫੇਸ ਦੇ, ਐਂਡ ਬਾਕੀ ਜਿਹੜੀ ਹੈ ਉਹ ਅਨਇਫੈਕਟਡਲੀ ਬਾਈਪਾਸ ਕਰ ਜਾਂਦੀ ਹੈ। ਤਾਂ ਇਸ ਦੌਰਾਨ ਦ ਅਮਾਊਂਟ ਆਫ ਏਅਰ ਦੈਟ ਬਾਈਪਾਸਿਸ depends upon the construction of the coil and the velocity of the air flow। ਕਹਿੰਦਾ ਜੀ ਹੁਣ ਇਸ ਪ੍ਰੋਸੈਸ ਦੇ ਦੌਰਾਨ ਕਿੰਨੀ ਹਵਾ ਉਸ ਦੇ ਕੰਟੈਕਟ ਵਿੱਚ ਆਏਗੀ ਇਹ ਡਿਪੈਂਡ ਕਰਦਾ ਹੈ ਕਿ ਕੋਇਲ ਦੀ ਕੰਸਟਰਕਸ਼ਨ ਕਿਸ ਤਰ੍ਹਾਂ ਦੀ ਹੈ ਅਤੇ ਜਿਹੜੀ ਏਅਰ ਫਲੋ ਹੋ ਰਹੀ ਹੈ ਤਾਂ ਉਸ ਦੀ ਸਟ੍ਰੀਮ ਦੀ ਵੈਲੋਸਿਟੀ ਕਿੰਨੀ ਹੈ। ਨੈਕਸਟ ਗੱਲ ਕਰ ਰਿਹਾ, ਦਿਸ ਪ੍ਰੋਸੈਸ ਇਜ਼ ਮੇਜਰਡ ਇਨ ਟਰਮਸ ਆਫ ਬਾਈਪਾਸ ਫੈਕਟਰ। ਕਿ ਜਿਹੜਾ ਬਾਈਪਾਸ ਦਾ ਜੋ ਪ੍ਰੋਸੈਸ ਹੈ ਇਸ ਨੂੰ ਅਸੀਂ ਬਾਈਪਾਸ ਫੈਕਟਰ ਦੇ ਨਾਲ ਡਿਨੋਟ ਕਰਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਬਾਈਪਾਸ ਫੈਕਟਰ ਆਫ ਹੀਟਿੰਗ ਐਂਡ ਕੂਲਿੰਗ ਕੋਇਲ। ਕਿ ਜਿਹੜੀ ਹੀਟਿੰਗ ਕੋਇਲ ਜਾਂ ਕੂਲਿੰਗ ਕੋਇਲ ਅਸੀਂ ਯੂਜ਼ ਕਰਾਂਗੇ ਏਅਰ ਨੂੰ ਕੰਡੀਸ਼ਨ ਕਰਨ ਦੇ ਲਈ, ਉਸ ਵਾਸਤੇ ਅਸੀਂ ਬਾਈਪਾਸ ਫੈਕਟਰ ਕਿਸ ਤਰੀਕੇ ਨਾਲ ਡਿਸਕ੍ਰਾਈਬ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਕੈਲਕੂਲੇਟ ਕਰਾਂਗੇ। ਸੋ ਇਹਦੇ ਵਾਸਤੇ ਅਸੀਂ ਕੀ ਕੀਤਾ, ਲੈਟ 1 kg ਆਫ ਏਅਰ ਐਟ ਟੈਂਪਰੇਚਰ TD1 passes over the coil having its temperature TD3 as shown in figure। ਕਹਿੰਦਾ ਇਨੀਸ਼ੀਅਲੀ ਅਸੀਂ 1 kg ਅਮਾਊਂਟ ਦੀ ਏਅਰ ਲੈ ਲਈ ਜਿਸ ਦਾ ਡਰਾਈ ਬਲਬ ਟੈਂਪਰੇਚਰ ਅਸੀਂ TD1 ਲੈ ਲਿਆ, ਉਸ ਨੂੰ ਅਸੀਂ ਪਾਸ ਕਰਵਾਇਆ ਇੱਕ ਕੋਇਲ ਦੇ ਉੱਪਰੋਂ ਜਿਸ ਦਾ ਟੈਂਪਰੇਚਰ ਆਲਰੇਡੀ TD3 ਸੀ, ਜਿਸ ਨੂੰ ਅਸੀਂ ਡਾਇਗਰਾਮ ਦੇ ਵਿੱਚ ਕੁਝ ਇਸ ਤਰੀਕੇ ਦੇ ਨਾਲ ਦੇਖਾਂਗੇ। ਤੁਸੀਂ ਸਾਹਮਣੇ ਇੱਕ ਡਾਇਗਰਾਮ ਦੇਖ ਰਹੇ ਹੋ ਜਿਸ ਦੇ ਵਿੱਚ ਅਸੀਂ ਕੁਝ ਇਸ ਤਰੀਕੇ ਦੇ ਨਾਲ ਡਿਸਕ੍ਰਾਈਬ ਕੀਤਾ ਹੈ ਕਿ ਸਾਡੇ ਕੋਲ ਇੱਕ ਵੈਸਲ ਹੈ, ਵੈਸਲ ਸ਼ੇਪ ਦੀ ਕੁਝ ਸਾਡੀ ਐਡਜਸਟਮੈਂਟ ਹੈ, ਇਸ ਦੇ ਵਿੱਚੋਂ ਕੁਝ ਏਅਰ ਇਨਲੈਟ ਦੇ ਥਰੂ ਜਾ ਰਹੀ ਹੈ ਅਤੇ ਆਊਟਲੈਟ ਦੇ ਥਰੂ ਸਾਡੇ ਕੋਲ ਸਾਨੂੰ ਕੁਝ ਰਿਜ਼ਲਟ ਮਿਲ ਰਹੇ ਨੇ। ਸੋ ਇਸ ਦੌਰਾਨ ਸਾਡੇ ਕੋਲ ਅਸੀਂ 1 kg ਦੀ ਜੋ ਏਅਰ ਸੀ ਜਿਸ ਦਾ ਟੈਂਪਰੇਚਰ TD1 ਸੀ, ਇਹਨੂੰ ਅਸੀਂ ਇਨਪੁਟ ਕਰਵਾਇਆ। ਇਸ ਜਗ੍ਹਾ 'ਤੇ ਅਸੀਂ ਇੱਕ ਕੋਇਲ ਲਈ ਹੈ, ਤੁਸੀਂ ਦੇਖ ਪਾ ਰਹੇ ਹੋ ਇਸ ਕੋਇਲ ਦਾ ਟੈਂਪਰੇਚਰ ਅਸੀਂ TD3 ਲੈ ਲਿਆ। ਸੋ ਇਹਦੇ ਵਿੱਚੋਂ ਕੀ ਹੋਇਆ ਕਿ x kg ਦੀ ਕੁਝ ਜੋ ਸਾਡੀ ਏਅਰ ਸੀ ਉਹ ਇੱਥੋਂ ਦੀ ਹੁੰਦੀ ਹੋਈ ਬਾਈਪਾਸ ਕਰਦੀ ਅਤੇ ਉਸ ਦਾ ਟੈਂਪਰੇਚਰ ਜੋ ਹੈ ਉਹ TD1 ਹੀ ਰਹੂਗਾ ਕਿਉਂਕਿ ਇਹ ਕੰਟੈਕਟ ਦੇ ਵਿੱਚ ਇਸ ਕੋਇਲ ਦੇ ਨਹੀਂ ਆਈ। ਇਹ ਕੋਇਲ ਚਾਹੇ ਸਾਡੇ ਕੋਲ ਹੀਟਿੰਗ ਕੋਇਲ ਹੋਵੇ ਚਾਹੇ ਸਾਡੇ ਕੋਲ ਕੂਲਿੰਗ ਕੋਇਲ ਹੋਵੇ। ਸੋ ਜਿਹੜੀ ਰੈਸਟ ਆਫ ਦਾ ਏਅਰ ਹੈ 1 - x kg ਉਹ ਇਸ ਕੋਇਲ ਦੇ ਕੰਟੈਕਟ ਦੇ ਵਿੱਚ ਆਊਗੀ, ਔਰ ਇਸ ਦੇ ਕੰਟੈਕਟ ਵਿੱਚ ਜਦੋਂ ਆਊਗੀ ਅਗਰ ਉਹ ਕੂਲਿੰਗ ਕੋਇਲ ਹੈ ਤਾਂ ਉਸ ਦਾ ਟੈਂਪਰੇਚਰ ਕੁਝ TD1 ਦੇ ਨਾਲੋਂ ਡਾਊਨ ਚਲੇ ਜਾਊਗਾ। ਅਗਰ ਇਹ ਹੀਟਿੰਗ ਕੋਇਲ ਹੈ ਤਾਂ ਇਸ ਦਾ ਟੈਂਪਰੇਚਰ ਇਨੀਸ਼ੀਅਲ ਏਅਰ ਦੇ ਟੈਂਪਰੇਚਰ ਦੇ ਨਾਲੋਂ ਵੱਧ ਜਾਊਗਾ। ਤਾਂ ਆਊਟਪੁੱਟ ਦੇ ਦੌਰਾਨ ਹੁਣ ਇੱਥੋਂ ਦੀ ਜਿਹੜੀ ਕੁਝ ਏਅਰ ਜਾ ਰਹੀ ਹੈ ਉਸ ਦਾ ਟੈਂਪਰੇਚਰ ਅਗਰ ਮੈਂ ਹੀਟਿੰਗ ਦੀ ਗੱਲ ਕਰਾਂ ਤਾਂ ਕੁਝ ਟੈਂਪਰੇਚਰ ਜ਼ਿਆਦਾ ਹੋਊਗਾ, ਔਰ ਇੱਧਰ ਦੀ ਜੋ ਬਾਈਪਾਸ ਹੋ ਕੇ ਏਅਰ ਆ ਰਹੀ ਹੈ ਇਸ ਦਾ ਟੈਂਪਰੇਚਰ ਥੋੜ੍ਹਾ ਜਿਹਾ ਇਹਦੇ ਰਿਸਪੈਕਟਿਵ ਡਾਊਨ ਹੋਊਗਾ। ਤਾਂ ਇਸ ਜਗ੍ਹਾ 'ਤੇ ਜਦੋਂ ਦੋਨਾਂ ਦਾ ਇੱਕ ਮਿਕਸਚਰ ਬਣੂਗਾ ਤਾਂ ਉਸ ਦੌਰਾਨ ਜੋ ਰਿਜ਼ਲਟ ਦੇ ਉੱਤੇ ਸਾਨੂੰ ਟੈਂਪਰੇਚਰ ਮਿਲਣਾ ਏਅਰ ਦਾ ਉਹ ਮਿਲੇਗਾ TD2। ਇਸੇ ਚੀਜ਼ ਨੂੰ ਹੀ ਅਸੀਂ ਇਹਨਾਂ ਪੁਆਇੰਟਸ ਦੇ ਵਿੱਚ ਇੱਥੇ ਪੜ੍ਹ ਸਕਦੇ ਹਾਂ। ਕਹਿੰਦਾ ਜੀ ਵੈਨ ਏਅਰ ਪਾਸਿਸ ਓਵਰ ਦਾ ਕੋਇਲ ਸਮ ਆਫ ਇਟ ਸੇ x kg ਜਸਟ ਪਾਸਿਸ unaffected while the remaining 1 - x kg comes in direct contact with the coil and TD2 is the temperature of the air leaving the coil। ਜਿਵੇਂ ਕਿ ਹੁਣੀ ਅਸੀਂ ਡਿਸਕਸ ਕਰਕੇ ਹਟੇ ਹਾਂ।
ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਇਸੇ ਵਾਸਤੇ ਹੀ ਅਗਰ ਕੁਝ ਬਾਈਪਾਸ ਫੈਕਟਰ ਕੈਲਕੂਲੇਟ ਕਰਨਾ ਹੈ ਤਾਂ ਹੀਟਿੰਗ ਕੋਇਲ ਵਾਸਤੇ ਤੇ ਕੂਲਿੰਗ ਕੋਇਲ ਵਾਸਤੇ ਸਾਡੇ ਬਾਈਪਾਸ ਫੈਕਟਰ ਦੀ ਜਦੋਂ ਕੈਲਕੂਲੇਸ਼ਨ ਕਰਾਂਗੇ ਤਾਂ ਉਹਨਾਂ ਦੀਆਂ ਵੈਲਿਊਜ਼ ਕੀ ਹੋਣਗੀਆਂ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਜੋ ਹੀਟਿੰਗ ਕੋਇਲ ਹੈ ਉਹਦੇ ਵਾਸਤੇ ਅਸੀਂ ਬਾਈਪਾਸ ਫੈਕਟਰ ਕਿਸ ਤਰੀਕੇ ਦੇ ਨਾਲ ਕੈਲਕੂਲੇਟ ਕਰਾਂਗੇ। ਤਾਂ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਸਾਡੇ ਕੋਲ ਇੱਥੇ ਲਿਖਿਆ ਹੋਇਆ BPF that is bypass factor for the heating coil which is equals to, ਇੱਥੇ ਮੈਂ ਇੱਕ ਫਾਰਮੂਲਾ ਬਣਾ ਕੇ ਲਿਖਿਆ। ਬੇਸਿਕਲੀ ਇਹ ਫਾਰਮੂਲਾ ਆਇਆ ਕਿੱਥੋਂ ਆ, ਸਾਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਨੂੰ ਕੈਲਕੂਲੇਟ ਕਰੀਏ ਤਾਂ ਆਊਟਪੁੱਟ ਬਾਏ ਇਨਪੁੱਟ ਅਸੀਂ ਕੈਲਕੂਲੇਟ ਕਰਦੇ ਹਾਂ। ਤਾਂ ਆਊਟਪੁੱਟ ਦੇ ਉੱਤੇ ਅਗਰ ਹੁਣ ਦੇਖਿਆ ਜਾਵੇ, ਆਊਟਪੁੱਟ 'ਤੇ ਸਾਨੂੰ ਕੀ ਮਿਲਦਾ ਪਿਆ ਕਿ ਜੋ ਟੈਂਪਰੇਚਰ ਸਾਡਾ TD2 ਹੈ ਜੋ ਕਿ ਆਊਟਲੈਟ ਦਾ ਟੈਂਪਰੇਚਰ ਹੈ, ਇਸੇ ਤਰ੍ਹਾਂ ਹੀ ਸਾਡਾ TD1 ਜੋ ਹੈ ਇਨਲੈਟ ਦਾ ਟੈਂਪਰੇਚਰ ਹੈ, TD3 ਸਾਡਾ ਕੋਇਲ ਦਾ ਟੈਂਪਰੇਚਰ ਹੈ। ਤੋ ਆਊਟਪੁੱਟ ਦੇ ਉੱਤੇ ਜੋ ਸਾਡੇ ਕੋਲ ਟੈਂਪਰੇਚਰ ਡਿਫਰੈਂਸ ਮਿਲੇਗਾ ਉਹ ਹੋਏਗਾ ਕਿ ਕੋਇਲ ਦੇ ਟੈਂਪਰੇਚਰ ਦੇ ਨਾਲੋਂ ਆਊਟਪੁੱਟ ਦਾ ਜੋ ਟੈਂਪਰੇਚਰ ਕਿੰਨਾ ਘੱਟ ਹੈ। ਸੋ ਉਸ ਦਾ ਡਿਫਰੈਂਸ ਡਿਵਾਈਡਡ ਬਾਏ ਕਿ ਜੋ ਕੋਇਲ ਦਾ ਟੈਂਪਰੇਚਰ ਸੀ ਉਸ ਦੇ ਵਿੱਚੋਂ ਅਸੀਂ ਇਨੀਸ਼ੀਅਲ ਟੈਂਪਰੇਚਰ ਨੂੰ ਮਾਈਨਸ ਕਰਤਾ, ਤਾਂ ਜੋ ਸਾਡੇ ਕੋਲ ਆਏਗਾ ਉਹ ਸਾਡਾ ਬਾਈਪਾਸ ਫੈਕਟਰ ਹੋਏਗਾ ਫॉर ਅ ਹੀਟਿੰਗ ਕੋਇਲ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕੂਲਿੰਗ ਕੋਇਲ ਦੇ ਵਾਸਤੇ ਨੋਟ ਕਰਾਂਗੇ ਕਿ ਕੂਲਿੰਗ ਕੋਇਲ ਦਾ ਬਾਈਪਾਸ ਫੈਕਟਰ ਕੀ ਹੋਊਗਾ, ਉਹ ਐਜ਼ ਇਟ ਇਜ਼ ਇਹੀ ਹੋਊਗਾ ਕਿ ਹੁਣ ਇਸ ਜਗ੍ਹਾ 'ਤੇ ਅਸੀਂ ਦੇਖਣਾ ਹੈ ਕੂਲਿੰਗ ਵਾਸਤੇ ਕਿ ਘੱਟ ਟੈਂਪਰੇਚਰ, ਡਾਊਨ ਟੈਂਪਰੇਚਰ। ਤਾਂ ਇੱਥੇ ਕੀ ਕਰਾਂਗੇ ਅਸੀਂ ਆਊਟਪੁੱਟ ਦੇ ਉੱਤੇ ਜਿਹੜਾ TD2 ਟੈਂਪਰੇਚਰ ਸੀ ਉਹਦੇ ਵਿੱਚੋਂ ਅਸੀਂ ਕੂਲਿੰਗ ਕੋਇਲ ਦਾ ਟੈਂਪਰੇਚਰ ਜੋ ਹੈ ਉਹ ਮਾਈਨਸ ਕਰਤਾ, ਕਿਉਂਕਿ ਹੁਣ ਆਊਟਪੁੱਟ 'ਤੇ ਟੈਂਪਰੇਚਰ ਕੁਛ ਜ਼ਿਆਦਾ ਹੋਏਗਾ ਕੂਲਿੰਗ ਕੋਇਲ ਦੇ ਵਾਸਤੇ, ਕਿਉਂਕਿ ਕੂਲਿੰਗ ਕੋਇਲ ਦਾ ਟੈਂਪਰੇਚਰ ਆਊਟਪੁੱਟ ਦੇ ਨਾਲੋਂ ਘੱਟ ਹੋਏਗਾ, ਡਾਊਨ ਹੋਏਗਾ। ਤਾਂ ਇਸ ਨੂੰ ਅਸੀਂ ਡਿਵਾਈਡ ਕਰ ਦਾਂਗੇ ਇਨਲੈਟ ਦੇ ਟੈਂਪਰੇਚਰ ਦੇ ਡਿਫਰੈਂਸ ਨਾਲ। ਤਾਂ ਇਨਲੈਟ ਦਾ ਟੈਂਪਰੇਚਰ ਜੋ ਡਿਫਰੈਂਸ ਹੋਏਗਾ ਉਹ TD1 ਮਾਈਨਸ TD3 ਹੋਏਗਾ। ਨੈਕਸਟ ਅਸੀਂ ਦੇਖਦੇ ਹਾਂ ਕਿ ਐਫੀਸ਼ੀਐਂਸੀ ਆਫ ਹੀਟਿੰਗ ਐਂਡ ਕੂਲਿੰਗ ਕੋਇਲ, ਕਿ ਅਗਰ ਹੀਟਿੰਗ ਕੋਇਲ ਤੇ ਕੂਲਿੰਗ ਕੋਇਲ ਦੀ ਅਸੀਂ ਐਫੀਸ਼ੀਐਂਸੀ ਕੈਲਕੂਲੇਟ ਕਰਨੀ ਹੈ ਤਾਂ ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਕੈਲਕੂਲੇਟ ਕਰ ਸਕਦੇ ਹਾਂ। ਸੋ ਜਿਹੜੀ ਇੱਥੇ ਟਰਮ ਲਿਖੀ ਹੋਈ ਹੈ ਦੈਟ ਇਜ਼ 1 ਮਾਈਨਸ BPF ਇਜ਼ ਨੋਨ ਐਜ਼ ਦਾ ਐਫੀਸ਼ੀਐਂਸੀ ਆਫ ਦਾ ਕੋਇਲ, ਕਿ ਅਗਰ ਮੈਂ 1 ਦੇ ਵਿੱਚੋਂ ਬਾਈਪਾਸ ਫੈਕਟਰ ਮਾਈਨਸ ਕਰ ਦੇਵਾਂ ਤਾਂ ਉਹ ਮੇਰੇ ਕੋਲ ਆ ਜਾਏਗੀ ਐਫੀਸ਼ੀਐਂਸੀ ਆਫ ਦਾ ਹੀਟਿੰਗ ਕੋਇਲ ਐਜ਼ ਵੈਲ ਐਜ਼ ਫॉर ਦਾ ਕੂਲਿੰਗ ਕੋਇਲ। ਸੋ ਸਭ ਤੋਂ ਪਹਿਲਾਂ ਇੱਥੇ ਦੇਖਦੇ ਹਾਂ ਕਿ ਹੀਟਿੰਗ ਕੋਇਲ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਸਾਡੇ ਕੋਲ ਕੀ ਹੋਏਗੀ। ਉਹਨੂੰ ਅਸੀਂ ਡਿਨੋਟ ਕੀਤਾ ਨੀਟਾ H ਦੇ ਨਾਲ ਇਜ਼ ਇਕੁਅਲਸ ਟੂ 1 ਮਾਈਨਸ BPF। ਸੋ ਇਸ ਜਗ੍ਹਾ 'ਤੇ ਜੋ ਹੁਣ ਅਸੀਂ ਹੁਣੇ ਕੈਲਕੂਲੇਟ ਕਰਕੇ ਦੇਖਿਆ ਸੀ ਕਿ ਹੀਟਿੰਗ ਕੋਇਲ ਦਾ ਬਾਈਪਾਸ ਫੈਕਟਰ ਕੀ ਹੋਏਗਾ, ਉਸ ਨੂੰ ਅਸੀਂ 1 ਦੇ ਵਿੱਚੋਂ ਸਬਟ੍ਰੈਕਟ ਕਰ ਦੇਣਾ। ਤਾਂ ਜਦੋਂ ਸਬਟ੍ਰੈਕਟ ਕਰਾਂਗੇ ਤੁਸੀਂ ਸਾਹਮਣੇ ਇਕੁਏਸ਼ਨ ਦੇਖ ਰਹੇ ਹੋ, ਤਾਂ ਇਸ ਜਗ੍ਹਾ ਦੇ ਉੱਤੇ ਅਸੀਂ ਹੁਣ ਐਲਸੀਐਮ ਲੈ ਲਵਾਂਗੇ ਇਸ ਇਕੁਏਸ਼ਨ ਨੂੰ ਸੌਰਟ ਆਊਟ ਕਰਨ ਦੇ ਲਈ। ਜਦੋਂ ਅਸੀਂ ਐਲਸੀਐਮ ਲਵਾਂਗੇ ਤਾਂ TD3 ਮਾਈਨਸ TD1 ਉੱਪਰ ਚਲਾ ਜਾਏਗਾ। ਇੱਥੇ ਜਦੋਂ ਉੱਪਰ ਚਲਾ ਗਿਆ ਸੈਕਿੰਡ ਟਰਮ ਮੇਰੇ ਕੋਲ ਐਜ਼ ਇਟ ਇਜ਼ ਆ ਗਈ। ਹੁਣ ਇਸ ਜਗ੍ਹਾ 'ਤੇ ਦੇਖਾਂਗੇ ਕਿ TD3 ਮਾਈਨਸ TD1 ਮਾਈਨਸ TD3 ਪਲੱਸ ਦੇ TD2 ਹੈ। ਇੱਥੇ TD3 ਆਪਸ ਦੇ ਵਿੱਚ ਕੈਂਸਲ ਆਊਟ ਹੋ ਜਾਣਗੇ, ਦੋਨੋਂ ਅਲਟਰਨੇਟਿਵ ਟਰਮਸ ਨੇ, ਇੱਕ ਪਲੱਸ ਦੀ ਹੈ ਇੱਕ ਮਾਈਨਸ ਦੀ ਹੈ, ਡਿਵਾਈਡਡ ਬਾਏ ਐਜ਼ ਇਟ ਇਜ਼। ਹੁਣ ਨੈਕਸਟ ਜੋ ਸਾਡੇ ਕੋਲ ਰਿਜ਼ਲਟ ਆਇਆ, ਇਹ ਰਿਜ਼ਲਟ ਸਾਨੂੰ ਦੇ ਰਿਹਾ ਕਿ ਐਫੀਸ਼ੀਐਂਸੀ ਆਫ ਅ ਹੀਟਿੰਗ ਕੋਇਲ ਕੀ ਹੋਏਗੀ, ਦੈਟ ਇਜ਼ TD2 ਮਾਈਨਸ TD1 ਡਿਵਾਈਡਡ ਬਾਏ TD3 ਮਾਈਨਸ TD1। ਇਸੇ ਤਰ੍ਹਾਂ ਹੀ ਅਸੀਂ ਕੂਲਿੰਗ ਕੋਇਲ ਦੀ ਐਫੀਸ਼ੀਐਂਸੀ ਕੈਲਕੂਲੇਟ ਕਰ ਸਕਦੇ ਹਾਂ। ਉਹਦੇ ਵਾਸਤੇ ਵੀ ਅਸੀਂ ਸੇਮ ਫਾਰਮੂਲਾ ਹੀ ਯੂਜ਼ ਕਰਾਂਗੇ 1 ਮਾਈਨਸ BPF। ਤਾਂ ਜਦੋਂ ਇਹ ਚੀਜ਼ ਨੂੰ ਅਸੀਂ ਅਪਲਾਈ ਕਰਾਂਗੇ, ਅਸੀਂ ਪਹਿਲਾਂ ਕੈਲਕੂਲੇਟ ਕਰਕੇ ਦੇਖਿਆ ਹੈ ਹੁਣੀ ਕਿ ਜੋ ਸਾਡੇ ਕੋਲ ਬਾਈਪਾਸ ਫੈਕਟਰ ਫॉर ਦਾ ਕੂਲਿੰਗ ਕੋਇਲ ਸੀ ਉਹ ਸੀ TD2 ਮਾਈਨਸ TD3 ਡਿਵਾਈਡਡ ਬਾਏ TD1 ਮਾਈਨਸ TD3। ਇਸ ਨੂੰ ਜਦੋਂ ਅਸੀਂ 1 ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਜੋ ਸਾਡੇ ਕੋਲ ਰਿਜ਼ਲਟ ਆਊਗਾ, ਇੱਥੇ ਅਸੀਂ ਕੁਝ ਕੈਂਸਲ ਆਊਟ ਟਰਮਸ ਕੀਤੀਆਂ TD3 ਉੱਪਰੋਂ, ਕਿਉਂਕਿ ਅਲਟਰਨੇਟਿਵ ਟਰਮਸ ਹੋਣਗੀਆਂ। ਜਦੋਂ ਇੱਥੇ ਐਲਸੀਐਮ ਲਵਾਂਗੇ ਤਾਂ ਉਸ ਤਰੀਕੇ ਦੇ ਨਾਲ ਆਉਣਗੀਆਂ ਸਾਡੇ ਕੋਲ। ਤਾਂ ਜੋ ਐਂਡ ਦੇ ਵਿੱਚ ਜੋ ਨੈਟ ਰਿਜ਼ਲਟ ਸਾਡੇ ਕੋਲ ਹੋਊਗਾ ਉਹ ਹੋਏਗਾ TD1 ਮਾਈਨਸ TD2 ਅਪੋਨ TD1 ਮਾਈਨਸ TD3। ਸੋ ਇਹ ਸੀ ਸਾਡੇ ਕੋਲ ਆਲ ਅਬਾਊਟ ਦਾ ਬਾਈਪਾਸ ਫੈਕਟਰ ਫॉर ਹੀਟਿੰਗ ਐਂਡ ਕੂਲਿੰਗ ਕੋਇਲ। ਹੋਪਫੁਲੀ ਤੁਹਾਨੂੰ ਇਹ ਸਾਰੀ ਇਨਫੋਰਮੇਸ਼ਨ ਸਮਝ ਲੱਗੀ ਹੋਊਗੀ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।